ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ IQ ਐਜੂਕੇਸ਼ਨ 'ਤੇ। ਅੱਜ ਆਪਾਂ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਦੇ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਹਿਸਟਰੀ, ਪੋਲਿਟੀ, ਜੋਗਰਾਫੀ ਦੇ ਕੁਐਸਚਨਸ ਹੁੰਦੇ ਨੇ ਉਹਨਾਂ ਬਾਰੇ ਪੜ੍ਹਾਂਗੇ, ਜਿਹੜੇ ਕਿ ਆਪਣੇ ਪੰਜਾਬ ਦੇ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ। ਸਭ ਤੋਂ ਪਹਿਲਾਂ ਹੈ ਸਿਟੀ ਆਫ ਪ੍ਰਾਈਮ ਮਿਨਿਸਟਰਸ ਕਿਸ ਨੂੰ ਕਿਹਾ ਜਾਂਦਾ? ਤਾਂ ਸਿਟੀ ਆਫ ਪ੍ਰਾਈਮ ਮਿਨਿਸਟਰ ਇਲਾਹਾਬਾਦ ਨੂੰ ਕਿਹਾ ਜਾਂਦਾ ਹੈ। ਸੈਕਿੰਡ ਹੈ APJ ਅਬਦੁਲ ਕਲਾਮ ਟਾਪੂ ਦਾ ਸੰਬੰਧ ਕਿਹੜੇ ਰਾਜ ਨਾਲ ਹੈ? ਉੜੀਸਾ ਦੇ ਨਾਲ। ਡਾਇਮੰਡ ਸਿਟੀ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ? ਸੂਰਤ ਨੂੰ। ਸੰਸਦ ਦੇ ਦੋਨਾਂ ਸਦਨਾਂ ਅਤੇ ਰਾਜ ਵਿਧਾਨ ਸਭਾਵਾਂ ਦੇ ਹਲਕਿਆਂ ਦੀ ਹੱਦਬੰਦੀ ਕੌਣ ਨਿਰਧਾਰਿਤ ਕਰਦਾ? ਤਾਂ ਚੋਣ ਕਮਿਸ਼ਨ ਨਿਰਧਾਰਿਤ ਕਰਦਾ ਵੀ ਇਹਨਾਂ ਦੀ ਜਿਹੜੀ ਹੈਗੀ ਹੈ ਸੀਮਾ ਉਹ ਕਿੰਨੀ ਹੋਊਗੀ। ਡੈਟਰੋਇਟ ਆਫ ਇੰਡੀਆ ਭਾਰਤ ਦੇ ਕਿਹੜੇ ਦੇਸ਼ ਨੂੰ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ? ਚੇਨਈ ਨੂੰ ਕਿਹਾ ਜਾਂਦਾ। ਧਾਰਮਿਕ ਰਾਜਧਾਨੀ ਰਿਲੀਜੀਅਸ ਕੈਪੀਟਲ ਆਫ ਇੰਡੀਆ ਕਿਸ ਨੂੰ ਕਹਿੰਦੇ ਨੇ? ਵਾਰਾਣਸੀ ਨੂੰ ਕਿਹਾ ਜਾਂਦਾ। ਸਿਟੀ ਆਫ ਬਲੈਕ ਡਾਇਮੰਡ ਕਿਸ ਨੂੰ ਕਹਿੰਦੇ ਨੇ? ਅਨਸੋਲ ਨੂੰ। ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ, ਕਿਸ ਨੇ ਕਿਹਾ? ਤਾਂ ਪ੍ਰੋਫੈਸਰ ਹਿਕਸ ਨੇ ਕਿਹਾ। ਭਾਰਤ ਵਿੱਚ ਨੋਟ ਕੌਣ ਜਾਰੀ ਕਰਦਾ? ਰਿਜ਼ਰਵ ਬੈਂਕ ਆਫ ਇੰਡੀਆ ਭਾਰਤ ਵਿੱਚ ਨੋਟ ਜਾਰੀ ਕਰਦਾ। ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਬ੍ਰਿਟਿਸ਼ ਗੌਰਮੈਂਟ ਦੇ ਕਿਹੜੇ ਐਕਟ ਦੇ ਅਧੀਨ ਹੋਈ ਆ? ਤਾਂ ਇਹ 1919 ਦੇ ਐਕਟ ਦੇ ਅਧੀਨ ਹੋਈ ਸੀ। 1919 ਦੇ ਐਕਟ ਦੇ ਅਧੀਨ ਇਹਨੂੰ ਪਾਸ ਕੀਤਾ ਗਿਆ ਸੀ ਅਤੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅਧੀਨ ਇਹਦੀ ਸਥਾਪਨਾ ਕੀਤੀ ਗਈ ਸੀ। ਬੈਂਕ ਦਰ ਕੌਣ ਨਿਰਧਾਰਿਤ ਕਰਦਾ? ਤਾਂ ਬੈਂਕਾਂ ਦੀਆਂ ਦਰਾਂ ਜਿਹੜੀਆਂ ਉਹ ਰਿਜ਼ਰਵ ਬੈਂਕ ਆਫ ਇੰਡੀਆ ਨਿਰਧਾਰਿਤ ਕਰਦਾ। ਬੈਂਕਾਂ ਦਾ ਰਾਸ਼ਟਰੀਕਰਨ ਪਹਿਲੀ ਵਾਰ ਕਦੋਂ ਹੋਇਆ? ਤਾਂ 1469 ਦੇ ਵਿੱਚ ਪਹਿਲੀ ਵਾਰ ਬੈਂਕਾਂ ਦਾ ਰਾਸ਼ਟਰੀਕਰਨ ਹੋਇਆ ਸੀ ਅਤੇ ਉਸ ਟਾਈਮ ਭਾਰਤ ਦੇ ਵਿੱਚ ਕੁੱਲ 14 ਬੈਂਕ ਸੀਗੇ। ਭਾਰਤ ਦਾ ਪਹਿਲਾ ਕਾਨੂੰਨ ਅਧਿਕਾਰੀ ਕੌਣ ਹੁੰਦਾ ਗਾ? ਅਟਾਰਨੀ ਜਨਰਲ ਆਫ ਇੰਡੀਆ ਹੁੰਦਾ। ਨੈਕਸਟ ਹੈ ਡਾਇਰੈਕਟ ਐਕਸ਼ਨ ਡੇ ਕਦੋਂ ਮਨਾਇਆ ਜਾਂਦਾ ਹੈ? ਤਾਂ 16 ਅਗਸਤ 1946 ਨੂੰ ਜਿਹੜਾ ਹੈਗਾ ਭਾਰਤੀਆਂ ਵੱਲੋਂ ਡਾਇਰੈਕਟ ਐਕਸ਼ਨ ਲਿਆ ਗਿਆ ਸੀਗਾ ਬ੍ਰਿਟਿਸ਼ਾਂ ਦੇ ਖਿਲਾਫ, ਅਤੇ ਜਿਹੜੀ ਸੱਤਾ ਉਹ ਆਪਦੇ ਹੱਥ 'ਚ ਕਰਨ ਦੇ ਲਈ ਤਾਂ 16 ਅਗਸਤ 1946 ਨੂੰ ਜਿਹੜਾ ਡਾਇਰੈਕਟ ਐਕਸ਼ਨ ਡੇ ਮਨਾਇਆ ਜਾਂਦਾ ਹੈ। ਨੈਕਸਟ ਬਫਰ ਸਟਾਕ ਤੋਂ ਕੀ ਭਾਵ ਹੈ? ਜਿਹੜੀਆਂ ਵੀ ਜ਼ਰੂਰੀ ਚੀਜ਼ਾਂ ਹੁੰਦੀਆਂ ਜਦੋਂ ਅਸੀਂ ਉਹਨਾਂ ਨੂੰ ਭੰਡਾਰ ਕਰਕੇ ਰੱਖ ਲੈਂਦੇ ਹਾਂ ਤਾਂ ਉਹਨਾਂ ਨੂੰ ਅਸੀਂ ਬਫਰ ਸਟਾਕ ਕਹਿੰਦੇ ਹਾਂ। ਭਾਰਤ ਸਰਕਾਰ ਦਾ ਚੀਫ ਲੀਗਲ ਐਡਵਾਈਜ਼ਰ ਕੌਣ ਹੁੰਦਾ ਹੈ? ਅਟਾਰਨੀ ਜਨਰਲ ਆਫ ਇੰਡੀਆ ਭਾਰਤ ਸਰਕਾਰ ਦਾ ਚੀਫ ਲੀਗਲ ਐਡਵਾਈਜ਼ਰ ਹੁੰਦਾ, ਜਿਹਨੂੰ ਕਿ ਦੋਨਾਂ ਸਦਨਾਂ ਦੇ ਵਿੱਚ ਬੈਠਣ ਦਾ ਅਧਿਕਾਰ ਹੁੰਦਾ ਗਾ। ਖੇਤੀ ਨੂੰ ਭਾਰਤ ਦੀ ਆਤਮਾ ਕਿਸ ਨੇ ਕਿਹਾ? ਮਹਾਤਮਾ ਗਾਂਧੀ ਨੇ। ਡਾਕਟਰ ਨਾਰਮਨ ਈ ਬਰਲੌਗ ਦਾ ਸੰਬੰਧ ਕਿਹਦੇ ਨਾਲ ਹੈ? ਹਰੀ ਕ੍ਰਾਂਤੀ ਨਾਲ ਹੈ, ਅਤੇ ਇਹਨਾਂ ਨੂੰ ਵਰਲਡ ਦੇ ਵਿੱਚ ਜਿਹੜੀ ਹੈਗੀ ਹਰੀ ਕ੍ਰਾਂਤੀ ਦੇ ਫਾਦਰ ਕਿਹਾ ਜਾਂਦਾ ਗਾ। ਇੱਕ ਦੇਸ਼ ਤੋਂ ਦੂਜੇ ਦੇਸ਼ ਭੇਜੀਆਂ ਜਾਣ ਵਾਲੀਆਂ ਵਸਤੂਆਂ ਨੂੰ ਕੀ ਕਹਿੰਦੇ ਨੇ? ਨਿਰਯਾਤ ਕਿਹਾ ਜਾਂਦਾ ਹੈ। ਸੰਸਾਰ ਵਿੱਚ ਸਭ ਤੋਂ ਵੱਧ ਚਾਹ ਦਾ ਨਿਰਯਾਤ ਕੌਣ ਕਰਦਾ? ਤਾਂ ਭਾਰਤ ਦੇ ਦੁਆਰਾ ਕੀਤਾ ਜਾਂਦਾ। ਵਾਈਟ ਸਿਟੀ ਆਫ ਇੰਡੀਆ ਕਿਸ ਨੂੰ ਕਹਿੰਦੇ ਨੇ? ਉਦੈਪੁਰ ਨੂੰ ਕਿਹਾ ਜਾਂਦਾ ਹੈ। ਭਾਰਤ ਦੀ ਕੁੱਲ ਆਬਾਦੀ ਦਾ ਕਿੰਨੇ ਪ੍ਰਤੀਸ਼ਤ ਭਾਗ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਹੈ? ਤਾਂ 21% ਭਾਗ ਗਰੀਬੀ ਰੇਖਾ ਤੋਂ ਹੇਠਾਂ। ਅਗਲਾ ਹੈ ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤ ਦੀ ਜਹਾਜ਼ਰਾਨੀ ਦਾ ਕਿੰਨਵਾਂ ਸਥਾਨ ਹੈ? ਤਾਂ ਪਹਿਲਾ ਸਥਾਨ ਹੈ। ਨੈਕਸਟ ਹੈ ਰਾਜ ਦਾ ਸਰਵਉੱਚ ਕਾਨੂੰਨ ਅਧਿਕਾਰੀ ਕੌਣ ਹੁੰਦਾ? ਐਡਵੋਕੇਟ ਜਨਰਲ, ਜਿੱਥੇ ਸਟੇਟ ਦੇ ਵਿੱਚ ਜਿਹੜਾ ਹੈਗਾ ਗਾ ਅਟਾਰਨੀ ਜਨਰਲ ਆਫ ਇੰਡੀਆ ਹੁੰਦਾ ਗਾ ਤਾਂ ਸੈਂਟਰ ਦੇ ਵਿੱਚ, ਉੱਥੇ ਹੀ ਜਿਹੜੀ ਸਟੇਟਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਂਦੇ ਨੇ। ਦੇਸ਼ ਦੇ ਨਿਰਯਾਤ ਵਪਾਰ ਵਿੱਚ ਹੋਣ ਵਾਲੇ ਪਰਿਵਰਤਨ ਕਾਰਨ ਫੈਲੀ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਆ? ਇਹ ਸੰਰਚਨਾਤਮਕ ਬੇਰੁਜ਼ਗਾਰੀ ਹੁੰਦੀ ਹੈਗੀ। ਅਗਲਾ ਐਫਿਲ ਟਾਵਰ ਕਿੱਥੇ ਹੈ? ਪੈਰਿਸ ਦੇ ਵਿੱਚ। ਮਨਰੇਗਾ ਸਕੀਮ ਦਾ ਸੰਬੰਧ ਕਿਸ ਨਾਲ ਹੈ? ਮਹਾਤਮਾ ਗਾਂਧੀ ਨਾਲ ਹੈ, ਕਿਉਂਕਿ 2 ਅਕਤੂਬਰ ਨੂੰ ਉਹਨਾਂ ਦੀ ਜਯੰਤੀ 'ਤੇ ਸ਼ੁਰੂ ਕੀਤੀ ਗਈ ਸੀ। ਉਸ ਤੋਂ ਇਲਾਵਾ ਜਿਹੜੀ ਮਨਰੇਗਾ ਸਕੀਮ ਹੈ ਉਹਦੇ ਵਿੱਚ ਜਿਹੜਾ ਹੈਗਾ ਲੋਕਲ ਲੈਵਲ 'ਤੇ ਗਰੀਬਾਂ ਨੂੰ ਜਾਂ ਪੇਂਡੂ ਰੂਰਲ ਖੇਤਰ ਦੇ ਵਿੱਚ ਰੁਜ਼ਗਾਰ ਪ੍ਰਦਾਨ ਕਰਨਾ ਹੈਗਾ। ਮਨਰੇਗਾ ਸਕੀਮ ਤਹਿਤ 1 ਸਾਲ ਵਿੱਚ ਕਿੰਨੇ ਦਿਨ ਲਈ ਰੁਜ਼ਗਾਰ ਦਿੱਤਾ ਜਾਂਦਾ? ਤਾਂ 100 ਦਿਨ ਦੇ ਲਈ ਜਿਹੜਾ ਹੈਗਾ ਇਹ ਰੁਜ਼ਗਾਰ ਦਿੱਤਾ ਜਾਂਦਾ। ਨੈਕਸਟ ਹੈ ਹਰੀ ਕ੍ਰਾਂਤੀ ਨਾਲ ਕਿਹੜੀ ਫਸਲ ਦੀ ਪੈਦਾਵਾਰ ਦੇ ਉਤਪਾਦਨ ਦੇ ਵਿੱਚ ਵਾਧਾ ਹੋਇਆ ਸੀ? ਤਾਂ ਕਣਕ ਅਤੇ ਚਾਵਲ ਦੇ ਉਤਪਾਦਨ ਦੇ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਸੀ। ਆਮਦਨ ਦੇ ਜਿਸ ਭਾਗ ਨੂੰ ਉਪਭੋਗ 'ਤੇ ਖਰਚ ਨਹੀਂ ਕੀਤਾ ਜਾ ਸਕਦਾ ਉਸ ਨੂੰ ਕੀ ਕਹਿੰਦੇ ਨੇ? ਤਾਂ ਉਹ ਸਾਡੀ ਸੇਵਿੰਗ ਹੁੰਦੀ ਆ। ਛੁਪੀ ਹੋਈ ਬੇਰੁਜ਼ਗਾਰੀ ਕਿਹੜੇ ਦੇਸ਼ਾਂ ਵਿੱਚ ਪਾਈ ਜਾਂਦੀ ਹੈ? ਜਿਹੜੇ ਦੇਸ਼ ਘੱਟ ਵਿਕਸਿਤ ਹੁੰਦੇ ਨੇ ਉਹਨਾਂ ਦੇ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਪਾਈ ਜਾਂਦੀ ਆ। ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ 'ਤੇ ਕੰਮ ਕਰਨ ਲਈ ਤਿਆਰ ਨਾ ਹੋਣ ਦੀ ਸਥਿਤੀ ਨੂੰ ਕੀ ਕਿਹਾ ਜਾਂਦਾ? ਤਾਂ ਇਹਨੂੰ ਇੱਛਕ ਬੇਰੁਜ਼ਗਾਰੀ ਕਹਿੰਦੇ ਆ, ਜਿਹੜੇ ਆਪਦੀ ਇੱਛਾ ਨਾਲ ਕੰਮ ਨਹੀਂ ਕਰਦੇ।
ਸਰਕਾਰ ਵੱਲੋਂ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਲਏ ਗਏ ਕਰਜ਼ੇ ਨੂੰ ਕੀ ਕਹਿੰਦੇ ਨੇ? ਤਾਂ ਇਹ ਸਰਵਜਨਕ ਕਰਜ਼ਾ ਹੁੰਦਾ ਹੈ, ਕਿਉਂਕਿ ਇਹ ਸਰਵਜਨਕ ਕੰਮਾਂ 'ਤੇ ਲਗਾਇਆ ਜਾਂਦਾ ਹੈਗਾ। ਸਰਕਾਰੀ ਬਜਟ ਨੂੰ ਪੂਰਾ ਕਰਨ ਦਾ ਇੱਕ ਉਪਾਅ ਤਾਂ ਘਾਟੇ ਦੀ ਵਿਵਸਥਾ ਦਿਖਾ ਕੇ ਅਸੀਂ ਸਰਕਾਰੀ ਬਜਟ ਨੂੰ ਪੂਰਾ ਕਰ ਸਕਦੇ ਹਾਂ। ਮੁਦਰਾ ਪੂਰਤੀ ਵਿੱਚ ਵਾਧਾ ਹੋਣ ਨਾਲ ਕੀਮਤਾਂ 'ਤੇ ਕੀ ਅਸਰ ਪੈਂਦਾ ਹੈ? ਤਾਂ ਕੀਮਤਾਂ ਵੀ ਵੱਧ ਜਾਂਦੀਆਂ ਨੇ। ਕੋਇਲੇ ਦੀ ਮਦਦ ਨਾਲ ਪੈਦਾ ਕੀਤੀ ਗਈ ਬਿਜਲੀ ਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਤਾਪ ਬਿਜਲੀ ਕਹਿੰਦੇ ਨੇ। ਜਿਹੜੀ ਪਾਣੀ ਨਾਲ ਪੈਦਾ ਕੀਤੀ ਜਾਂਦੀ ਹੈ ਇਹਨੂੰ ਹਾਈਡਰੋ ਕਹਿੰਦੇ ਆ। ਪ੍ਰਤੱਖ ਕਰ ਦੱਸੋ। ਆਮਦਨ ਕਰ, ਉਪਕਾਰ ਕਰ, ਜਿਹੜੇ ਆਪਾਂ ਤੋਹਫੇ ਵਗੈਰਾ ਦੇ ਦਿੰਦੇ ਹਾਂ ਕਿਸੇ ਨੂੰ, ਸੰਪੱਤੀ ਕਰ, ਨਿਗਮ, ਤਾਂ ਇਹ ਸਾਰੇ ਜਿਹੜੇ ਟੈਕਸ ਨੇ ਸਾਰੇ ਡਾਇਰੈਕਟ ਹੈ, ਪ੍ਰਤੱਖ ਹੈ, ਅਸੀਂ ਪ੍ਰਤੱਖ ਰੂਪ ਦੇ ਵਿੱਚ ਦਿੰਦੇ ਹਾਂ। ਅਪ੍ਰਤੱਖ ਹੁੰਦਾ ਜਿਹੜੇ ਕਿਸੇ ਚੀਜ਼ਾਂ ਦੇ ਉੱਤੇ GST CST ਲਗਾ ਕੇ ਸਾਡੇ ਤੋਂ ਲਏ ਜਾਂਦੇ ਨੇ। ਬਹੁਮੁਖੀ ਨਦੀ ਘਾਟੀ ਯੋਜਨਾਵਾਂ ਦੇ ਵਿਕਾਸ ਨਾਲ ਕਿਸ ਦੇ ਉਤਪਾਦਨ ਦੇ ਵਿੱਚ ਵਾਧਾ ਹੋਇਆ? ਤਾਂ ਪਨ ਬਿਜਲੀ ਪ੍ਰੋਜੈਕਟਾਂ ਦੇ ਵਿੱਚ ਵਾਧਾ ਹੋਇਆ। ਪਨ ਬਿਜਲੀ ਦੇ ਵਿੱਚ ਵਾਧਾ ਹੋਇਆ। ਸਭ ਤੋਂ ਤੇਜ਼ ਅਤੇ ਮਹਿੰਗਾ ਆਵਾਜਾਈ ਸਾਧਨ ਹਵਾਈ ਯਾਤਰਾ ਜ਼ਿਆਦਾ ਹੈ। ਅਪ੍ਰਤੱਖ ਕਰ ਕਿਹੜੇ ਹੁੰਦੇ ਆ? ਵਿਕਰੀ ਕਰ, ਉਤਪਾਦਨ ਕਰ, ਮਨੋਰੰਜਨ ਕਰ ਅਤੇ ਆਯਾਤ ਨਿਰਯਾਤ ਕਰ ਹੈ ਜਿਹੜੇ ਉਹ ਅਪ੍ਰਤੱਖ ਹੁੰਦੇ ਨੇ। ਕਿਸੇ ਇੱਕ ਦੇਸ਼ ਦੂਜੇ ਦੇਸ਼ ਤੋਂ ਜੋ ਵਸਤੂਆਂ ਅਤੇ ਸੇਵਾਵਾਂ ਮੰਗਵਾਉਂਦਾ ਉਹਨੂੰ ਕੀ ਕਹਿੰਦੇ ਆ? ਤਾਂ ਉਹ ਆਯਾਤ ਹੈ। ਜੋ ਦੋ ਦੇਸ਼ਾਂ ਵਿਚਕਾਰ 1 ਸਾਲ ਦੇ ਸਮੇਂ ਦੌਰਾਨ ਦੇਣਦਾਰੀ ਦੇ ਲੇਖੇ ਨੂੰ ਕੀ ਕਿਹਾ ਜਾਂਦਾ? ਤਾਂ ਭੁਗਤਾਨ ਸੰਤੁਲਨ ਕਿਹਾ ਜਾਂਦਾ। ਵਿਦੇਸ਼ੀਆਂ ਰਾਹੀਂ ਕਿਸੇ ਦੇਸ਼ ਦੀਆਂ ਉਤਪਾਦਨ ਕਿਰਿਆਵਾਂ ਵਿੱਚ ਕੀਤੇ ਗਏ ਨਿਵੇਸ਼ ਨੂੰ ਕੀ ਕਹਿੰਦੇ ਹਨ? ਵਿਦੇਸ਼ੀ ਪੂੰਜੀ। ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨਵਾਂ ਭਾਗ ਭਾਰਤ ਦੇ ਥਲ ਅਧੀਨ ਹੈ? ਤਾਂ 2.4% ਹੈ ਜਿਹੜਾ ਉਹ ਭਾਰਤ ਦੇ ਥਲ ਭਾਗ ਅਧੀਨ ਹੈ। ਭਾਰਤ ਦਾ ਉੱਤਰੀ ਦੱਖਣੀ ਵਿਚਕਾਰ ਅਤੇ ਪੂਰਬ ਪੱਛਮੀ ਵਿਚਕਾਰ, ਜਿਹੜਾ ਭਾਰਤ ਦਾ ਉੱਤਰੀ ਦੱਖਣੀ ਵਿਚਕਾਰ ਹੈ ਉਹ ਹੈਗਾ ਗਾ 3214 ਕਿਲੋਮੀਟਰ ਅਤੇ ਜਿਹੜਾ ਪੂਰਬੀ ਪੱਛਮੀ ਆ ਉਹ ਹੈਗਾ 2933 ਕਿਲੋਮੀਟਰ। ਬ੍ਰਿਟਿਸ਼ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ ਸਮੁੰਦਰੀ ਜਹਾਜ਼ ਕਿੱਥੇ ਪਹੁੰਚੇ? ਤਾਂ ਇਹਨਾਂ ਦੇ ਸੂਰਤ ਦੇ ਵਿੱਚ ਪਹੁੰਚੇ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ ਬ੍ਰਿਟਿਸ਼ ਇੰਡੀਆ ਕੰਪਨੀ ਨੇ ਆਪਣਾ ਵਪਾਰ ਕਿੱਥੋਂ ਸ਼ੁਰੂ ਕੀਤਾ ਸੀ? ਤਾਂ ਸੂਰਤ ਤੋਂ ਹੀ ਕੀਤਾ ਸੀ। ਭਾਰਤ ਗ੍ਰੀਨਵਿਚ ਇੰਗਲੈਂਡ ਦੇ ਸਮੇਂ ਤੋਂ ਕਿੰਨਾ ਅੱਗੇ ਹੈ? ਤਾਂ 5.5 ਘੰਟੇ ਅੱਗੇ ਹੈ। ਅਗਲਾ ਕੁਐਸਚਨ, ਸਾਰਕ ਸੰਗਠਨ ਵਿੱਚ ਕੁੱਲ ਕਿੰਨੇ ਮੈਂਬਰ ਹਨ? 8 ਮੈਂਬਰ ਨੇ, ਪਰ ਜਦੋਂ ਇਹਦੀ ਸਥਾਪਨਾ ਹੋਈ ਸੀ ਉਦੋਂ ਇਹ ਟੋਟਲ 7 ਮੈਂਬਰ ਹੀ ਸੀ ਅਤੇ ਇਹਦੀ ਸਥਾਪਨਾ ਜਿਹੜੀ ਹੈਗੀ 28 ਦਸੰਬਰ 1985 ਨੂੰ ਹੋਈ ਸੀ। ਭਾਰਤ ਦੀ ਮਾਧਿਅਮ ਰੇਖਾ 8230 ਪੂਰਬ ਕਿੱਥੋਂ ਲੰਘਦੀ ਹੈ? ਤਾਂ ਇਹ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਵਿੱਚੋਂ ਲੰਘਦੀ ਹੈ। ਭਾਰਤ ਦਾ ਕੁੱਲ ਵਪਾਰ ਦਾ ਕਿੰਨੇ ਪ੍ਰਤੀਸ਼ਤ ਸਮੁੰਦਰ ਵਪਾਰ ਦੇ ਰਸਤੇ ਹੁੰਦਾ? ਤਾਂ 96% ਹੈ ਜਿਹੜਾ 96% ਉਹ ਸਮੁੰਦਰੀ ਵਪਾਰ ਦੇ ਰਾਹੀਂ ਹੁੰਦਾ ਗਾ, ਸਮੁੰਦਰੀ ਰਸਤੇ ਰਾਹੀਂ ਹੁੰਦਾ। ਭਾਰਤ ਦਾ ਦੱਖਣੀ ਸਿਰਾ ਉਹਨੂੰ ਇੰਦਰਾ ਪੁਆਇੰਟ ਕਿਹਾ ਜਾਂਦਾ ਹੈ। ਭਾਰਤ ਦੀ ਥਲ ਸੀਮਾ ਕਿੰਨੇ ਦੇਸ਼ਾਂ ਨੂੰ ਲੱਗਦੀ ਹੈ? ਤਾਂ ਟੋਟਲ 7 ਦੇਸ਼ਾਂ ਨੂੰ ਲੱਗਦੀ ਆ। ਕਰਕ ਰੇਖਾ ਭਾਰਤ ਦੇ ਕਿੰਨੇ ਰਾਜਾਂ ਵਿੱਚੋਂ ਲੰਘਦੀ ਹੈ? ਤਾਂ 8 ਰਾਜਾਂ ਵਿੱਚੋਂ ਲੰਘਦੀ ਆ। ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚਕਾਰ ਕਿੰਨੇ ਸਮੇਂ ਦਾ ਅੰਤਰ ਹੈ? ਤਾਂ ਇਹਨਾਂ ਦੇ ਵਿਚਕਾਰ 2 ਘੰਟੇ ਦਾ ਅੰਤਰ ਹੈ। ਭਾਵ ਕਿ ਜਿਹੜਾ ਅਰੁਣਾਚਲ ਪ੍ਰਦੇਸ਼ ਆ ਉਹਦੇ ਵਿੱਚ ਸੂਰਜ ਆ ਜਿਹੜਾ ਉਹ 2 ਘੰਟੇ ਪਹਿਲਾਂ ਨਿਕਲ ਆਉਂਦਾ ਗਾ ਅਤੇ ਛਿਪਦਾ ਵੀ 2 ਘੰਟੇ ਪਹਿਲਾਂ। ਹੈਕਟਰ ਨਾਮਕ ਸਮੁੰਦਰੀ ਜਹਾਜ਼ ਰਾਹੀਂ ਭਾਰਤ ਕੌਣ ਹੈ? ਇਸ ਦਾ ਵਿਲੀਅਮ ਹੌਕਿੰਗ ਸੀਗਾ ਜਿਹੜਾ ਜਹਾਂਗੀਰ ਦੇ ਦਰਬਾਰ ਦੇ ਵਿੱਚ ਹੈਕਟਰ ਨਾਮਕ ਜਹਾਜ਼ 'ਤੇ ਆਇਆ ਸੀ। ਇਹ ਇੱਕ ਬ੍ਰਿਟਿਸ਼ਰ ਸੀ। ਤੂਫਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿੱਚ ਕੀ ਕਹਿੰਦੇ ਨੇ? ਕਾਲ ਵਿਸਾਖੀ ਕਹਿੰਦੇ ਨੇ। ਮੌਨਸੂਨ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ? ਇਹ ਅਰਬੀ ਭਾਸ਼ਾ ਤੋਂ ਲਿਆ ਗਿਆ। ਭਾਰਤ ਦੇ ਕਿਹੜੇ ਤੱਟ 'ਤੇ ਸਰਦੀਆਂ ਵਿੱਚ ਵਰਖਾ ਹੁੰਦੀ ਹੈ? ਜਿਹੜਾ ਕੋਰੋਮੰਡਲ ਤੱਟ ਆ ਉਹਦੇ 'ਤੇ ਸਰਦੀਆਂ 'ਚ ਵਰਖਾ ਹੁੰਦੀ ਹੈ। ਉੱਤਰੀ ਭਾਰਤ ਵਿੱਚ ਗਰਮੀਆਂ ਵਿੱਚ ਵਗਣ ਵਾਲੀਆਂ ਗਰਮ ਹਵਾਵਾਂ ਨੂੰ ਕੀ ਕਹਿੰਦੇ ਆ? ਤਾਂ ਇਹਨਾਂ ਨੂੰ ਲੂ ਕਿਹਾ ਜਾਂਦਾ ਹੈ। ਭਾਰਤ ਦੇ ਸਮੁੰਦਰੀ ਤੱਟਾਂ 'ਤੇ ਕਿਸ ਤਰ੍ਹਾਂ ਦੀ ਜਲਵਾਯੂ ਪਾਈ ਜਾਂਦੀ ਹੈ? ਤਾਂ ਇੱਥੇ ਸਮਾਨ ਜਲਵਾਯੂ ਪਾਈ ਜਾਂਦੀ ਹੈ। ਬਲੂ ਸਿਟੀ ਆਫ ਇੰਡੀਆ ਕਿਸ ਨੂੰ ਕਹਿੰਦੇ ਨੇ? ਜੋਧਪੁਰ ਨੂੰ। ਭਾਰਤ ਵਿੱਚ ਸਾਲਾਨਾ ਔਸਤ ਵਰਖਾ ਕਿੰਨੀ ਹੁੰਦੀ ਹੈ? ਤਾਂ ਇਹ 118 ਸੈਂਟੀਮੀਟਰ ਹੁੰਦੀ ਆ। ਕੇਰਲ ਅਤੇ ਕਰਨਾਟਕ ਦੇ ਤੱਟ 'ਤੇ ਹੋਣ ਵਾਲੀ ਪੂਰਬੀ ਮੌਨਸੂਨੀ ਵਰਖਾ ਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਅੰਬਾਂ ਦੀ ਬਾਛੜ ਕਹਿੰਦੇ ਨੇ। ਚਾਪੇਕਰ ਭਰਾਵਾਂ ਨੇ ਕਿਹੜੇ ਅੰਗਰੇਜ਼ ਅਧਿਕਾਰੀ ਦਾ ਕਤਲ ਕੀਤਾ ਸੀ? ਤਾਂ ਉਹਨਾਂ ਨੇ ਮਿਸਟਰ ਰੈਂਡ ਦਾ ਕੀਤਾ ਸੀ। 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਲਿੰਗ ਅਨੁਪਾਤ ਕਿੰਨਾ ਹੈ? 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਲਿੰਗ ਅਨੁਪਾਤ 1000 ਲੜਕਿਆਂ ਦੇ ਮਗਰ 943 ਲੜਕੀਆਂ। 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸਾਖਰਤਾ ਦਰ 74.04%। ਸਭ ਤੋਂ ਵੱਧ ਲਿੰਗ ਅਨੁਪਾਤ ਅਤੇ ਸਾਖਰਤਾ ਵਾਲਾ ਰਾਜ ਕੇਰਲ ਹੈ। ਸਭ ਤੋਂ ਘੱਟ ਲਿੰਗ ਅਨੁਪਾਤ ਅਤੇ ਸਾਖਰਤਾ ਵਾਲਾ ਜਿਹੜਾ ਰਾਜ ਆ ਉਹ ਹੈਗਾ ਹਰਿਆਣਾ। ਅਨਾਜ ਦੀ ਟੋਕਰੀ ਭਾਰਤ ਦੇ ਕਿਹੜੇ ਰਾਜ ਨੂੰ ਕਹਿੰਦੇ ਨੇ? ਪੰਜਾਬ ਨੂੰ ਕਿਹਾ ਜਾਂਦਾ ਹੈ। ਭਾਰਤ ਵਿੱਚ ਹਰੀ ਕ੍ਰਾਂਤੀ
ਜਾਂ ਕਣਕ ਦੀ ਕ੍ਰਾਂਤੀ ਦਾ ਸਮਾਂ ਦੱਸੋ। 1966-67 ਦੇ ਵਿੱਚ ਭਾਰਤ ਵਿੱਚ ਹਰੀ ਕ੍ਰਾਂਤੀ ਆਈ ਸੀ। ਭਾਰਤ ਵਿੱਚ ਵਸੋਂ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ? 15 ਤੋਂ 59 ਸਾਲ। ਟੈਥਿਸ ਨਾਮਕ ਸਮੁੰਦਰ ਤੋਂ ਹਿਮਾਲਿਆ ਪਰਬਤ ਦਾ ਜਨਮ ਕਿੰਨੇ ਸਾਲ ਪਹਿਲਾਂ ਹੋਇਆ ਸੀ? ਤਾਂ ਇਹ ਲਗਭਗ 400 ਲੱਖ ਸਾਲ ਪਹਿਲਾਂ ਮੰਨਿਆ ਜਾਂਦਾ ਵੀ ਜਿਹੜਾ ਹਿਮਾਲਿਆ ਪਰਬਤ ਆ ਉਹ ਟੈਥਿਸ ਦੀ ਦੇਣ ਹੈ, ਅਤੇ ਟੈਥਿਸ ਦੀਆਂ ਕਿਰਿਆਵਾਂ ਕਰਕੇ ਅਤੇ ਧਰਤੀ ਦੇ ਨੀਚੇ ਬਲਨ ਕਿਰਿਆਵਾਂ ਕਰਕੇ ਪਲੇਟਾਂ ਦੀ ਖਿਸਕਣ ਨਾਲ ਜਿਹੜਾ ਹਿਮਾਲਿਆ ਪਰਬਤ ਆ ਉਹਦਾ ਜਨਮ ਹੋਇਆ ਹੈ। ਨੈਕਸਟ ਹੈ, ਸ਼ਹੀਦ ਭਗਤ ਸਿੰਘ ਦੇ ਸਾਥੀ ਰਾਜਗੁਰੂ ਦਾ ਸੰਬੰਧ ਕਿਹੜੇ ਰਾਜ ਨਾਲ ਸੀ? ਤਾਂ ਇਹਨਾਂ ਦਾ ਸੰਬੰਧ ਹੈ ਜਿਹੜਾ ਮਹਾਰਾਸ਼ਟਰ ਨਾਲ ਸੀ। ਤਾਂ ਇਹ ਸੀ ਜੀ ਸਾਡੇ ਕੁਝ ਮਹੱਤਵਪੂਰਨ ਵਨ ਲਾਈਨਰ, ਜਿਨ੍ਹਾਂ ਦੇ ਵਿੱਚੋਂ ਤੁਹਾਨੂੰ SST ਦੇ ਵਿੱਚ ਹਿਸਟਰੀ ਕਹਿ ਸਕਦੇ ਹਾਂ, ਜੋਗਰਾਫੀ ਅਤੇ ਪੋਲਿਟੀ ਦੇ ਜਿਹੜੇ ਹੈਗੇ ਕੁਝ ਮਹੱਤਵਪੂਰਨ ਪ੍ਰਸ਼ਨ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਨੇ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਹੈ ਜਿਹੜੀ ਕਿਸ ਤਰ੍ਹਾਂ ਦੀ ਲੱਗੀ। ਧੰਨਵਾਦ।